ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ। ਪਹਿਲਾ ਲੇਖ, ਸਿਹਤ ਬਾਰੇ ਇੱਕ ਸਮਝ। ਸਿਹਤ ਤੇ ਰੋਗ ਦੋ ਆਪਸ ਵਿੱਚ ਜੁੜੇ ਹੋਏ ਸ਼ਬਦ ਹਨ, ਪੂਰਨਤਾ ਤੇ ਅਧੂਰੇਪਨ ਦੇ ਪ੍ਰਤੀਕ, ਸੁੱਖ ਤੇ ਦੁੱਖ ਦੀ ਤਸਵੀਰ ਪੇਸ਼ ਕਰਨ ਵਾਲੇ। ਕਿਸੇ ਇੱਕ ਪਹਿਲੂ ਨੂੰ ਸਮਝਣ ਪਰਖਣ ਲਈ ਇਹ ਜ਼ਰੂਰੀ ਹੈ ਕਿ ਦੋਹਾਂ ਦਾ ਗਿਆਨ ਹੋਵੇ। ਸਿਹਤ ਦੀ ਪੂਰੀ ਜਾਣਕਾਰੀ ਲਈ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਰੋਗ ਨੂੰ ਵੀ ਜਾਣ ਲਿਆ ਜਾਵੇ। ਰੋਗ ਨੂੰ ਪਰਿਭਾਸ਼ਾ ਦੇਣ ਲਈ ਇੱਕ ਗੱਲ ਸਾਹਮਣੇ ਰੱਖ ਲੈਣੀ ਜ਼ਰੂਰੀ ਹੈ ਕਿ ਸਿਹਤ ਆਪਾਂ ਕਿਸ ਨੂੰ ਆਖਦੇ ਹਾਂ। ਤਦ ਹੀ ਆਪਾਂ ਆਪਣਾ ਅਗਲਾ ਕਦਮ ਰੋਗ ਨੂੰ ਦੂਰ ਕਰਨ ਦਾ, ਸਮੱਸਿਆ ਨਾਲ ਨਜਿੱਠਣ ਦਾ ਯਤਨ, ਪੂਰਨਤਾ ਤੱਕ ਪਹੁੰਚਣ ਦਾ ਉਪਰਾਲਾ ਸਹੀ ਢੰਗ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਿਹਤ ਤੇ ਰੋਗ ਦਾ ਵਿਗਿਆਨਕ ਪਹਿਲੂ ਕੀ ਹੈ। ਤੀਜੀ ਦੁਨੀਆ ਦੇ ਸਾਰੇ ਦੇਸ਼ਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਸਿਹਤ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦਿੰਦੇ, ਜਦੋਂ ਕਿ ਸਿਹਤ ਸਭ ਤੋਂ ਜ਼ਰੂਰੀ ਹੈ ਤੇ ਮਨੁੱਖੀ ਵਿਕਾਸ ਦੀ ਹਰ ਇਕਾਈ ਦਾ ਹਿੱਸਾ ਹੈ। ਮਨੁੱਖ ਨੇ ਕਿਸੇ ਵੀ ਖੇਤਰ ਵਿੱਚ ਵਿਕਾਸ ਕਰਨਾ ਹੋਵੇ ਤਾਂ ਚੰਗੀ ਸਿਹਤ ਦਾ ਮੁਕੰਮਲ ਤੌਰ ਤੇ ਸਾਥੀ ਹੋਣਾ ਪਹਿਲੀ ਜ਼ਰੂਰਤ। ਜੇਕਰ ਇਸ ਤਰ੍ਹਾਂ ਕਹੀਏ ਕਿ ਤੀਜੀ ਦੁਨੀਆ ਦੇ ਮਨੁੱਖ ਬਿਮਾਰੀ ਨੂੰ ਕੋਈ ਜ਼ਿਆਦਾ ਗੰਭੀਰਤਾ ਨਹੀਂ ਲੈਂਦੇ, ਇਹ ਵੀ ਕੋਈ ਗਲਤ ਨਹੀਂ। ਬਿਮਾਰ ਹੋਣ ਤੇ ਵੀ ਜ਼ਿਆਦਾ ਲਾਪਰਵਾਹੀ ਹੀ ਵਰਤਦੇ ਹਨ। ਬਿਮਾਰੀ ਦੁਖਦਾਈ ਘਟਨਾ ਹੈ। ਮਨੁੱਖ ਇੱਕ ਤਕਲੀਫ ਦੇ ਦੌਰ ਚੋਂ ਲੰਘਦਾ ਹੈ। ਇਸ ਹਾਲਤ ਨੂੰ ਲਾਪਰਵਾਹੀ ਨਾਲ ਲੈਣਾ ਜ਼ਰੂਰ ਕਿਸੇ ਨਾਲ ਕਿਸੇ ਕਾਰਨ ਵਜੋਂ ਹੀ ਹੁੰਦਾ ਹੋਏਗਾ, ਨਹੀਂ ਤਾਂ ਕੌਣ ਚਾਹੁੰਦਾ ਹੈ ਕਿ ਉਹ ਦੁੱਖ ਤਕਲੀਫ ਸਹੇ। ਜੇਕਰ ਮਨੁੱਖ ਦੀ ਵਿਕਾਸ ਪ੍ਰਕਿਰਿਆ ਨੂੰ ਸਿਹਤ ਤੇ ਬਿਮਾਰੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਸ ਦੇ 3 ਪੜਾਅ ਕਹੇ ਜਾ ਸਕਦੇ ਹਨ। ਪਹਿਲਾ, ਮੌਤ ਤੋਂ ਚੇਤਨਤਾ, ਦੂਸਰਾ ਬਿਮਾਰੀ ਤੋਂ ਚੇਤਨਤਾ ਤੇ ਤੀਜਾ ਸਿਹਤ ਬਾਰੇ ਜਾਗਰੂਕਤਾ। ਕਈ ਸਮਾਜ ਸ਼ਾਸਤਰੀਆਂ ਦੀ ਰਾਏ ਹੈ ਕਿ ਮੌਤ ਹੀ ਉਹ ਪਹਿਲੂ ਹੈ ਜਿਸ ਨੇ ਮਨੁੱਖ ਨੂੰ ਪਹਿਲੋਂ ਪਹਿਲ ਝੰਜੋੜਿਆ, ਮਨੁੱਖ ਦੀ ਹੋਂਦ ਤੇ ਪਹਿਲਾ ਪ੍ਰਸ਼ਨ ਚਿੰਨ੍ਹ ਲਾਇਆ ਤੇ ਸੋਚਣ ਲਈ ਮਜਬੂਰ ਕੀਤਾ ਕਿ ਆਦਮੀ ਦਾ ਤੁਰਦਾ ਫਿਰਦਾ ਸਰੀਰ ਇੱਕੋ ਦਮ ਪੱਥਰ ਕਿਵੇਂ ਹੋ ਜਾਂਦਾ ਹੈ। ਇਸ ਸਵਾਲ ਸਦਕਾ ਹੀ ਮਨੁੱਖ ਨੇ ਉਸ ਵਕਤ ਤੇ ਆਪਣੀ ਅਕਲ ਮੁਤਾਬਕ ਆਪਣੇ ਸਵਾਲ ਦਾ ਹੱਲ ਅੰਧ ਵਿਸ਼ਵਾਸਾਂ, ਵਹਿਮਾਂ ਤੇ ਜਾਦੂ ਟੂਣਿਆਂ 'ਚ ਲੱਭਿਆ। ਇਹ ਗੱਲ ਨਹੀਂ ਕਿ ਹੁਣ ਮਨੁੱਖ ਨੇ ਮੌਤ ਤੇ ਜਿੱਤ ਹਾਸਲ ਕਰ ਲਈ ਹੈ, ਪਰ ਵਕਤ ਨਾਲ ਉਹਨੇ ਮੌਤ ਦੇ ਵਿਗਿਆਨਕ ਪਹਿਲੂਆਂ ਨੂੰ ਜ਼ਰੂਰ ਪਛਾਣ ਲਿਆ। ਦੂਜੇ ਪੜਾਅ 'ਚ ਮਨੁੱਖ ਬਿਮਾਰੀਆਂ ਬਾਰੇ ਚੇਤੰਨ ਹੋਇਆ ਹੈ। ਉਹਨੇ ਹਰ ਬਿਮਾਰੀ ਦੇ ਕਾਰਨ ਤੇ ਇਲਾਜ ਲੱਭ ਕੇ ਮਨੁੱਖੀ ਜੀਵਨ ਨੂੰ ਵੱਧ ਤੋਂ ਵੱਧ ਸੁਖਾਲਾ ਕਰਨ ਦਾ ਯਤਨ ਕੀਤਾ ਹੈ ਤੇ ਇਸ ਵਿੱਚ ਸ਼ਲਾਘਾਯੋਗ ਸਫਲਤਾ ਵੀ ਹਾਸਲ ਕੀਤੀ ਹੈ। ਬਿਮਾਰੀ ਤੇ ਮੌਤ ਦਾ ਨੇੜੇ ਦਾ ਰਿਸ਼ਤਾ ਹੈ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਪਹਿਲਾਂ ਮਨੁੱਖ ਆਪਣੇ ਜਾਂ ਆਪਣੇ ਪਰਿਵਾਰ ਬਾਰੇ ਉਦੋਂ ਸੋਚਦਾ ਸੀ ਜਦੋਂ ਮਰਨ ਵਾਲਾ ਹੁੰਦਾ ਸੀ। ਫਿਰ ਬਿਮਾਰੀ ਤੇ ਉਹਦੇ ਇਲਾਜ ਲੱਭ ਲੈਣ ਨਾਲ ਮਨੁੱਖ ਬਿਮਾਰੀ ਤੇ ਕਾਬੂ ਪਾ ਲੈਣ ਦਾ ਇੱਛੁਕ ਹੋ ਗਿਆ। ਤੀਜਾ ਪੜਾਅ ਹੈ ਸਿਹਤ ਬਾਰੇ ਜਾਗਰੂਕ ਹੋਣਾ। ਘੱਟ ਤੋਂ ਘੱਟ ਅਸੀਂ ਵਿਕਾਸਸ਼ੀਲ ਮੁਲਕਾਂ ਦੇ ਲੋਕ ਇਸ ਬਾਰੇ ਅਜੇ ਜਾਗਰੂਕ ਨਹੀਂ। ਬਹੁਤ ਸਾਰੇ ਲੋਕ ਦੂਜੇ ਪੜਾਅ 'ਚ ਹੀ ਹਨ ਤੇ ਕੁਝ ਲੋਕ ਅਜੇ ਤੱਕ ਪਹਿਲੇ ਪੜਾਅ ਵਿੱਚ ਹੀ ਤੁਰੇ ਫਿਰਦੇ ਹਨ। ਸਿਹਤ ਬਾਰੇ ਜਾਗਰੂਕ ਹੋਣ ਲਈ ਇੱਕ ਵਿਗਿਆਨਕ ਨਜ਼ਰੀਆ ਚਾਹੀਦਾ ਹੈ। ਇੱਕ ਪਾਸੇ ਮੈਂ ਇਹ ਕਿਹਾ ਹੈ ਕਿ ਮੈਂ ਬਿਮਾਰ ਨਹੀਂ ਹਾਂ, ਦੂਜੇ ਪਾਸੇ ਇਹ ਕਿ ਮੈਂ ਸਿਹਤਮੰਦ ਹਾਂ। ਇਹ ਦੋਵੇਂ ਇੱਕੋ ਜਿਹੇ ਜ਼ਰੂਰ ਲੱਗਦੇ ਹਨ, ਪਰ ਨਹੀਂ। ਸਿਹਤ ਬਾਰੇ ਜਾਗਰੂਕ ਹੋਣ ਵਿੱਚ ਸਾਡਾ ਮਕਸਦ ਹੈ ਕੋਈ ਬਿਮਾਰੀ ਨਾ ਹੋਵੇ, ਸਭ ਦੀ ਉਮਰ ਵੱਧ ਤੋਂ ਵੱਧ ਹੋਵੇ, ਸਭ ਦੀ ਸਿਹਤ ਵਿੱਚ ਵਾਧਾ ਹੋਵੇ। ਤਾਂ ਫਿਰ ਅਸਲ 'ਚ ਸਿਹਤ ਹੈ ਕੀ? ਬਿਮਾਰੀ ਲਈ ਅੰਗਰੇਜ਼ੀ ਦਾ ਸ਼ਬਦ ਹੈ ਡਿਜ਼ੀਜ਼, ਭਾਵ ਜਿਹਦਾ ਅਰਥ ਹੈ ਆਰਾਮ ਤੋਂ ਬਿਨਾਂ, ਯਾਨੀ ਬੇਆਰਾਮਾ, ਜਾਂ ਇੰਝ ਕਹਿ ਲਓ ਜਿਸ ਨੂੰ ਕੋਈ ਤਕਲੀਫ ਹੋਵੇ ਜੋ ਠੀਕ ਠਾਕ ਨਾ ਹੋਵੇ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਰੀਰਕ ਤਕਲੀਫ ਨੂੰ ਹੀ ਤਕਲੀਫ ਮੰਨਿਆ ਜਾਂਦਾ ਹੈ ਤੇ ਫਿਰ ਉਹਨੂੰ ਬਿਮਾਰੀ ਕਹਿ ਦਿੱਤਾ ਜਾਂਦਾ ਹੈ। ਪਰ ਮਨ ਤੇ ਬੋਝ ਨਾਲ ਵੀ ਤਕਲੀਫ ਹੁੰਦੀ ਹੈ, ਪਰੇਸ਼ਾਨੀ ਵੀ ਤਕਲੀਫ ਦਿੰਦੀ ਹੈ। ਦਫ਼ਤਰ 'ਚ ਕਿਸੇ ਨਾਲ ਝਗੜਾ ਹੋ ਜਾਏ, ਘਰੇ ਪਤਨੀ ਨਾਲ ਗੁੱਸਾ ਗਿਲਾ ਹੋਵੇ, ਜਾਂ ਬੱਚਾ ਸਕੂਲ 'ਚ ਠੀਕ ਨਹੀਂ ਚੱਲ ਰਿਹਾ ਤਾਂ ਵੀ ਤਕਲੀਫ ਹੁੰਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਤਕਲੀਫ ਦਾ ਘੇਰਾ ਬਹੁਤ ਵੱਡਾ ਹੈ ਤੇ ਇਸ ਤਰ੍ਹਾਂ ਤਕਲੀਫ ਵਿੱਚ ਰਹਿਣਾ ਜੇਕਰ ਬਿਮਾਰੀ ਹੈ ਤੇ ਬਿਮਾਰੀ ਦਾ ਘੇਰਾ ਵੀ ਉਨਾ ਹੀ ਵੱਡਾ ਹੋਏਗਾ। ਵਿਸ਼ਵ ਸਿਹਤ ਸੰਸਥਾ ਨੇ ਸਿਹਤ ਦੀ ਪਰਿਭਾਸ਼ਾ ਵੀ ਕੁਝ ਇੰਝ ਕੀਤੀ। ਸਿਹਤ
ਸਿਰਫ ਬਿਮਾਰੀਆਂ ਤੋਂ ਛੁਟਕਾਰਾ ਹੀ ਨਹੀਂ, ਸਗੋਂ ਇਸ ਤੋਂ ਵੱਧ ਪੂਰੇ ਤੌਰ ਤੇ ਸਰੀਰਕ, ਸਮਾਜਿਕ ਤੇ ਮਾਨਸਿਕ ਸਲਾਮਤੀ ਦੀ ਹਾਲਤ ਹੋਣਾ ਹੈ। ਸਰੀਰਕ ਸਿਹਤ, ਇਸ ਬਾਰੇ ਤੋਂ ਬਹੁਤ ਜ਼ਿਆਦਾ ਵਿਸਥਾਰ ਦੀ ਜ਼ਰੂਰਤ ਨਹੀਂ ਹੈ। ਸਾਰੇ ਇਸ ਬਾਰੇ ਚੰਗੀ ਤਰ੍ਹਾਂ ਜਾਣੂ ਹਨ। ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਤਕਲੀਫ ਹੋਣੀ ਜਾਂ ਕਿਸੇ ਵੀ ਤਰ੍ਹਾਂ ਰੋਜ਼ਮਰਰਾ ਦੀਆਂ ਕਿਰਿਆਵਾਂ, ਗਤੀਵਿਧੀਆਂ 'ਚ ਕਾਫੀ ਤਬਦੀਲੀ ਹੋਣੀ, ਜਿਵੇਂ ਬੁਖਾਰ, ਉਲਟੀਆਂ, ਟੱਟੀਆਂ, ਸਾਹ ਔਖਾ ਹੋਣਾ, ਭੁੱਖ ਘੱਟ ਲੱਗਣੀ ਜਾਂ ਵੱਧ ਲੱਗਣੀ, ਜਾਂ ਅੱਖਾਂ, ਵਾਲਾਂ, ਚਮੜੀ ਦੀ ਸ਼ਕਲ, ਰੰਗ 'ਚ ਤਬਦੀਲੀ ਆਦਿ। ਕਿਸੇ ਵੀ ਮਨੁੱਖ, ਔਰਤ ਜਾਂ ਆਦਮੀ ਦੇ ਉਮਰ ਮੁਤਾਬਕ ਵਿਕਾਸ ਤੋਂ ਹਟ ਕੇ ਕੁਝ ਵੱਖਰਾ ਵਾਪਰਨਾ ਉਸ ਲਈ ਸਰੀਰਕ ਸਿਹਤ ਬਾਰੇ ਠੀਕ ਨਾ ਹੋਣ ਦਾ ਸ਼ੱਕ ਪਾਉਂਦੇ ਹਨ। ਜਿਵੇਂ ਇੱਕ ਬੱਚੇ ਦਾ ਭਾਰ 1 ਸਾਲ ਤੋਂ ਬਾਅਦ ਉਹਦੇ ਜਨਮ ਦੇ ਭਾਰ ਤੋਂ ਦੁੱਗਣਾ ਹੋ ਜਾਂਦਾ ਹੈ, ਪਰ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਮਤਲਬ ਹੈ ਕਿ ਉਸ 'ਚ ਕੋਈ ਨੁਕਸ ਹੈ। ਪਰ ਜੇਕਰ ਕਿਸੇ ਸਿਆਣੇ ਆਦਮੀ ਦਾ ਭਾਰ ਇਸ ਰਫ਼ਤਾਰ ਨਾਲ ਵੱਧਦਾ ਹੈ ਤਾਂ ਉਹ ਵੀ ਗਲਤ ਹੈ। ਮਾਨਸਿਕ ਸਿਹਤ, ਵੈਸੇ ਤਾਂ ਸਰੀਰਕ ਤੇ ਮਾਨਸਿਕ ਪਹਿਲੂ ਆਪਸ ਵਿੱਚ ਇੱਕ ਦੂਜੇ ਤੋਂ ਅੱਡ ਨਹੀਂ ਹਨ, ਕਿਉਂਕਿ ਜੋ ਵੀ ਸਰੀਰਕ ਤੌਰ ਤੇ ਤਕਲੀਫ ਸਹਿ ਰਿਹਾ ਹੋਏਗਾ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਜ਼ਰੂਰ ਹੋਏਗਾ। ਜਿਸ ਤਰ੍ਹਾਂ ਆਖਦੇ ਵੀ ਹਨ, ਚੰਗੇ ਸਰੀਰ 'ਚ ਹੀ ਚੰਗਾ ਮਨ ਹੁੰਦਾ ਹੈ, ਫਿਰ ਵੀ ਕੁਝ ਖਾਸ ਗੱਲਾਂ ਮਾਨਸਿਕ ਸਿਹਤ ਨਾਲ ਹੀ ਜੁੜੀਆਂ ਹਨ। ਵੈਸੇ ਤਾਂ ਮਾਨਸਿਕ ਸਿਹਤ ਦੇ ਮਾਪਦੰਡ ਕਾਇਮ ਕਰਨਾ ਬਹੁਤ ਹੀ ਮੁਸ਼ਕਿਲ ਹੈ, ਫਿਰ ਵੀ ਕੁਝ ਨੁਕਤੇ ਇਹ ਹਨ। ਪਹਿਲਾ, ਜੋ ਆਪਣੇ ਆਪ 'ਚ ਖੁਸ਼ ਹੋਵੇ ਆਪਣੇ ਆਪ ਨੂੰ ਨਿਕੰਮਾ ਨਾ ਕਹੇ। ਦੂਸਰਾ, ਬਹੁਤ ਜਲਦੀ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਤੋਂ ਡਾਵਾਂਡੋਲ ਨਾ ਹੁੰਦਾ ਹੋਵੇ, ਦੂਜਿਆਂ ਦੀਆਂ ਜ਼ਰੂਰਤਾਂ ਨੂੰ ਸਮਝੇ ਤੇ ਠਰਮੇ ਨਾਲ ਪੇਸ਼ ਆਵੇ। ਤੀਸਰਾ, ਉਪਭਾਵਕ ਨਾ ਹੋਵੇ, ਆਪਣੇ ਆਪ ਤੇ ਕਾਬੂ ਹੋਵੇ, ਜਲਦੀ ਗੁੱਸੇ ਹੋਣਾ, ਬਹੁਤੀ ਚਿੰਤਾ, ਬਹੁਤ ਡਰ ਨਾ ਹੋਵੇ। ਕਹਿਣ ਦਾ ਮਤਲਬ ਉਹ ਆਦਮੀ ਜਿਹਦਾ ਇੱਕ ਸੰਤੁਲਿਤ ਆਪਾ ਸੈਲਫ ਹੋਵੇ, ਉਹਦੀ ਆਲੇ ਦੁਆਲੇ ਨਾਲ ਸਾਂਝ ਹੋਵੇ। ਸਮਾਜਿਕ ਸਿਹਤ, ਇਹ ਦੇਖਣ 'ਚ ਆਇਆ ਕਿ ਆਦਮੀ ਜਿਸ ਸਮਾਜ ਪਰਿਵਾਰ 'ਚ ਰਹਿੰਦਾ ਹੈ ਉਹਦੇ ਆਲੇ ਦੁਆਲੇ ਤੋਂ ਟੁੱਟ ਕੇ ਉਹ ਸਿਹਤਮੰਦ ਨਹੀਂ ਰਹਿ ਸਕਦਾ। ਉਹਦੀਆਂ ਕਦਰਾਂ ਕੀਮਤਾਂ ਤੇ ਸੱਭਿਆਚਾਰ ਤੋਂ ਨਿਖੇੜ ਕੇ ਉਹਨੂੰ ਨਹੀਂ ਦੇਖਿਆ ਜਾ ਸਕਦਾ। ਨਾ ਹੀ ਕਿਸੇ ਬਿਮਾਰੀ ਦੀ ਹੋਂਦ ਨੂੰ ਹੀ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਬਿਮਾਰੀ ਦੇ ਸਹੀ ਇਲਾਜ ਬਾਰੇ ਸੋਚਿਆ ਜਾ ਸਕਦਾ ਹੈ। ਸਮਾਜਿਕ ਸਿਹਤ ਦਰਅਸਲ ਵਿੱਚ ਇੱਕ ਮਨੁੱਖ ਨੂੰ ਉਹਦੇ ਪੂਰੇ ਮਾਹੌਲ ਵਿੱਚ ਪਰਿਵਾਰਕ, ਆਰਥਿਕ, ਸੱਭਿਆਚਾਰਕ, ਰਾਜਨੀਤਿਕ, ਸਿੱਖਿਅਕ ਦੇਖਣ ਦਾ ਨਾਮ ਹੈ। ਜੇ ਅਸੀਂ ਕਿਸੇ ਦੇ ਪਰਿਵਾਰਕ ਢਾਂਚੇ, ਘਰ ਦੀ ਬਣਤਰ ਤੇ ਉਹਦੇ ਆਲੇ ਦੁਆਲੇ ਨੂੰ ਵੇਖ ਕੇ ਬਿਮਾਰੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਆਰਥਿਕ ਪਹਿਲੂ ਨੂੰ ਅੱਖੋਂ ਓਹਲੇ ਕਰ ਦਿਆਂਗੇ ਤਾਂ ਅਸੀਂ ਉਸ ਬਿਮਾਰੀ ਨੂੰ ਸਹੀ ਤਰ੍ਹਾਂ ਕਾਬੂ 'ਚ ਲਿਆਉਣ ਤੋਂ ਪਛੜ ਜਾਵਾਂਗੇ। ਇਸੇ ਤਰ੍ਹਾਂ ਜੇਕਰ ਆਪਾਂ ਕਿਸੇ ਬਿਮਾਰੀ ਲਈ ਉਹਦੀ ਕੰਮ ਵਾਲੀ ਥਾਂ ਬਾਰੇ ਜਾਣਾਂਗੇ ਪਰ ਉਹਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਜਾਣੂ ਨਹੀਂ ਹੋਵਾਂਗੇ ਤਾਂ ਵੀ ਆਪਾਂ ਉਹਨੂੰ ਇਲਾਜ ਲਈ ਪੂਰੀ ਤਰ੍ਹਾਂ ਨਹੀਂ ਪ੍ਰੇਰ ਸਕਾਂਗੇ। ਮਤਲਬ ਇਹ ਕਿ ਉਹਦੀ ਸਮਾਜਿਕ ਜ਼ਿੰਦਗੀ ਦੇ ਹਰ ਇੱਕ ਪਹਿਲੂ ਨੂੰ ਸਮਝੇ ਬਗੈਰ ਬਿਮਾਰੀ ਨੂੰ ਸਮਝਣਾ ਮੁਸ਼ਕਿਲ ਹੈ। ਆਪਾਂ ਸਿਹਤ ਦੇ ਵੱਖ-ਵੱਖ ਪਹਿਲੂਆਂ ਨੂੰ ਅੱਡ-ਅੱਡ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਵੱਖਰੇ ਹੁੰਦੇ ਹੋਏ ਵੀ ਇਹ ਆਪਸ 'ਚ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਨੇ। ਜੇਕਰ ਕੋਈ ਸਰੀਰਕ ਤੌਰ ਤੇ ਬਿਮਾਰ ਹੁੰਦਾ ਹੈ ਤਾਂ ਉਹਨੂੰ ਚਿੰਤਾ ਹੁੰਦੀ ਹੈ, ਮਨ ਪਰੇਸ਼ਾਨ ਹੁੰਦਾ ਹੈ ਤੇ ਪਰੇਸ਼ਾਨੀ ਦੀ ਹਾਲਤ ਵਿੱਚ ਉਹ ਆਪਣੇ ਪਰਿਵਾਰ ਤੇ ਸਮਾਜਿਕ ਰਿਸ਼ਤਿਆਂ ਨੂੰ ਉਸ ਨਿੱਘ ਨਾਲ ਨਹੀਂ ਨਿਭਾ ਸਕਦਾ। ਜੇਕਰ ਕਿਸੇ ਦਾ ਆਰਥਿਕ ਢਾਂਚਾ ਕਮਜ਼ੋਰ ਹੈ, ਉਹ ਖਾਣ ਪੀਣ ਰਹਿਣ ਵੱਲ ਜ਼ਿਆਦਾ ਧਿਆਨ ਨਹੀਂ ਦੇ ਸਕਦਾ ਤਾਂ ਸਰੀਰਕ ਤੌਰ ਤੇ ਉਹ ਬਿਮਾਰ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਲਗਾਤਾਰ ਮਾਨਸਿਕ ਤਣਾਅ ਰਹਿੰਦਾ ਹੈ ਤਾਂ ਉਹਦੇ ਮਿਹਦੇ ਦਾ ਤੇਜ਼ਾਬ ਵੱਧ ਜਾਂਦਾ ਹੈ, ਉਹਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਭ ਆਪਸ ਵਿੱਚ ਜੁੜੇ ਹੋਏ ਨੇ, ਇੱਕ ਦੂਜੇ ਤੇ ਅਸਰ ਪਾਉਂਦੇ ਹੋਏ ਆਪਾਂ ਕਹਿ ਸਕਦੇ ਹਾਂ ਸਰੀਰਕ ਸਿਹਤ, ਸਮਾਜਿਕ ਸਿਹਤ ਜਾਂ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਇਕੁਅਲ ਟੂ ਸਮਾਜਿਕ ਸਿਹਤ। ਸਿਹਤ ਬਾਰੇ ਹੋਰ ਵਿਚਾਰ। ਜੇਕਰ ਵਿਸ਼ਵ ਸਿਹਤ ਸੰਸਥਾ ਦੀ ਸਿਹਤ ਦੀ ਪਰਿਭਾਸ਼ਾ ਵੱਲ ਦੇਖੀਏ ਤਾਂ ਇੱਕ ਆਦਰਸ਼ਿਕ ਪਰਿਭਾਸ਼ਾ ਹੈ। ਇਹਨੂੰ ਜ਼ਿੰਦਗੀ 'ਚ ਮੰਨਣਾ ਕੁਝ ਮੁਸ਼ਕਿਲ ਜਿਹਾ ਲੱਗਦਾ ਹੈ। ਇਹਨੂੰ ਮਾਪਦੰਡ ਮੰਨ ਲਈਏ ਤਾਂ ਕੋਈ ਵੀ ਮਨੁੱਖ ਸਿਹਤਮੰਦ ਨਜ਼ਰ ਨਹੀਂ ਆਉਂਦਾ। ਪਰ ਕਿਨ ਨੇ ਸਿਹਤ ਨੂੰ ਹੋਰ ਪਹਿਲੂ ਤੋਂ ਦੇਖਿਆ ਜੋ ਕਿ ਸਾਡੇ ਆਮ ਜੀਵਨ ਨਾਲ ਜ਼ਿਆਦਾ ਢੁਕਵੀਂ ਲੱਗਦੀ ਹੈ। ਸਿਹਤ ਸਰੀਰ ਦੀ ਬਣਤਰ ਤੇ ਕਾਰਜਸ਼ੀਲਤਾ ਦੇ ਸੁਮੇਲ ਵਾਲੀ ਹਾਲਤ ਹੈ ਜੋ ਕਿ ਉਹਨਾਂ ਤਾਕਤਾਂ ਪ੍ਰਤੀ ਸਫਲਤਾ ਨਾਲ ਨਜਿੱਠਣ ਦੇ ਨਤੀਜੇ ਵਜੋਂ ਹੁੰਦੀ ਹੈ ਜੋ ਕਿ ਇਸ ਸੁਮੇਲ ਨੂੰ ਜਾਂ ਸੰਜਮ ਦੀ ਸਥਿਤੀ ਨੂੰ ਡਗਮਗਾਉਣਾ ਚਾਹੁੰਦੀਆਂ ਹਨ। ਮਤਲਬ ਇਹ ਕਿ ਰੋਜ਼ਮਰਰਾ ਦੀ ਜ਼ਿੰਦਗੀ 'ਚ ਆਪਾਂ ਆਪਣੇ ਆਪ ਨੂੰ ਅੰਦਰੂਨੀ ਤੇ ਬਾਹਰੀ ਤਾਕਤਾਂ ਨਾਲ ਕਿਸ ਸਫਲਤਾ ਨਾਲ ਨਜਿੱਠਦੇ ਹਾਂ ਕਿ ਆਪਾਂ ਟੁੱਟ ਭੱਜ ਨਾ ਜਾਈਏ। ਇਸ ਹਾਲਤ ਵਿੱਚ ਨਾਲ ਜੋ ਵੀ ਜਿੰਨੀ ਸਫਲਤਾ ਨਾਲ ਪੇਸ਼ ਆਉਂਦਾ ਹੈ ਓਨਾ ਹੀ ਸਿਹਤਮੰਦ ਹੈ।
ਜੋ ਘਬਰਾ ਜਾਂਦਾ ਹੈ ਉਹ ਟੁੱਟ ਜਾਂਦਾ ਹੈ, ਮਰ ਜਾਂਦਾ ਹੈ। ਇਹ ਘਬਰਾਹਟ ਜਾਂ ਅਸੰਤੁਲਨ ਚਾਹੇ ਜੀਵਾਣੂ, ਵਿਸ਼ਾਣੂ ਪੈਦਾ ਕਰਨ, ਜਾਂ ਕੋਈ ਸਾਡੇ ਵਾਤਾਵਰਣ 'ਚ ਫੈਲੇ ਪ੍ਰਦੂਸ਼ਣ ਦੇ ਕਣ, ਜਾਂ ਸਾਡੇ ਆਲੇ ਦੁਆਲੇ ਦਾ ਸਮਾਜੀ ਸੱਭਿਆਚਾਰਕ ਪ੍ਰਭਾਵ। ਜਿਸ ਤਰ੍ਹਾਂ ਕਿ ਸਰੀਰਕ, ਮਾਨਸਿਕ ਤੇ ਸਮਾਜਿਕ ਪਹਿਲੂਆਂ ਵਿੱਚ ਵੀ ਆਪਾਂ ਸੰਜਮ ਤੇ ਸੰਤੁਲਨ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਹੀ ਸਰੀਰ ਦੀ ਕਾਰਜਸ਼ੀਲਤਾ ਤੇ ਆਪਣੇ ਆਲੇ ਦੁਆਲੇ ਨਾਲ ਇਕਸਾਰਤਾ ਬਣਾ ਕੇ ਰੱਖਣ ਦਾ ਨਾਮ ਹੀ ਸਿਹਤ ਹੈ। ਇਸ ਪਰਿਭਾਸ਼ਾ ਦੇ ਵੀ ਆਪਣੇ ਵੱਖਰੇ ਪਹਿਲੂ ਤੇ ਸਿੱਟੇ ਹਨ। ਸੰਤੁਲਨ ਦੇ ਅਰਥ ਹਰ ਵਿਅਕਤੀ ਲਈ ਕਿਸ ਤਰ੍ਹਾਂ ਦੇ ਹਨ ਤੇ ਉਹ ਆਪਣੇ ਸੰਤੁਲਨ ਨੂੰ ਕਾਇਮ ਕਰਨ ਲਈ ਕਿਸ ਤਰ੍ਹਾਂ ਦੇ ਢੰਗ ਤਰੀਕੇ ਵਰਤਦਾ ਹੈ। ਸਿਹਤ ਦਾ ਪਿਛੋਕੜ। ਸਿਹਤ, ਬਿਮਾਰੀ ਤੇ ਦਵਾ ਦਾਰੂ ਦਾ ਪਿਛੋਕੜ ਕਾਫੀ ਠੋਸ ਆਧਾਰ ਤੇ ਨਹੀਂ ਉਲੀਕਿਆ ਜਾ ਸਕਦਾ, ਪਰ ਇੱਕ ਗੱਲ ਜ਼ਰੂਰ ਪੱਕੇ ਤੌਰ ਤੇ ਕਹੀ ਜਾ ਸਕਦੀ ਹੈ, ਜਦੋਂ ਵੀ ਧਰਤੀ ਤੇ ਜੀਵਨ ਆਇਆ, ਜੀਵ ਨਾਲ ਬਿਮਾਰੀ ਵੀ ਆਈ ਹੈ। ਬਿਮਾਰੀਆਂ ਤਾਂ ਰੁੱਖਾਂ ਬੂਟਿਆਂ ਨੂੰ ਵੀ ਹੁੰਦੀਆਂ ਹਨ, ਜਾਨਵਰਾਂ ਨੂੰ ਵੀ। ਦੂਜੀ ਗੱਲ ਹੈ ਦਵਾ ਦਾਰੂ ਦੀ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਮਨੁੱਖੀ ਸਮਾਜ ਹੋਂਦ 'ਚ ਆਇਆ, ਸੱਭਿਅਤਾ ਦਾ ਆਰੰਭ ਹੋਇਆ, ਤਾਂ ਉਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਇਲਾਜ ਪੱਧਤੀ ਵੀ ਹੋਂਦ 'ਚ ਆਈ, ਕਿਉਂਕਿ ਦੁੱਖ, ਤਕਲੀਫ ਤੇ ਮੌਤ ਮਨੁੱਖ ਦੀ ਹੋਂਦ ਲਈ ਪਹਿਲਾ ਖਤਰਾ ਤੇ ਚੁਣੌਤੀ ਸੀ। ਇਹਦਾ ਸਬੂਤ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮਨੁੱਖ ਨੇ ਆਪਣੇ ਸਮਾਜਿਕ ਵਿਕਾਸ ਵਿੱਚ ਹਰ ਉਸ ਦੇਵਤੇ ਨੂੰ ਮੂਰਤੀਮਾਨ ਕੀਤਾ ਹੈ ਜਿਸ ਤੋਂ ਉਹਨੂੰ ਆਪਣੀ ਹੋਂਦ ਤੋਂ ਖਤਰਾ ਦਿਸਦਾ ਸੀ। ਅੱਗ, ਹਵਾ, ਪਾਣੀ ਤੇ ਇਸੇ ਤਰ੍ਹਾਂ ਹੀ ਬਿਮਾਰੀ ਤੇ ਸਿਹਤ। ਗ੍ਰੀਕ ਵਿੱਚ ਹਾਈਜੀਆ ਨੂੰ ਸਿਹਤ ਦੀ ਦੇਵੀ ਦੇ ਤੌਰ ਤੇ ਮੰਨਿਆ ਜਾਂਦਾ ਹੈ। ਭਾਰਤ ਵਿੱਚ ਚੇਚਕ ਨੂੰ ਸ਼ੀਤਲਾ ਮਾਤਾ ਦੇ ਤੌਰ ਤੇ ਪੂਜਿਆ ਜਾਂਦਾ ਹੈ, ਜੋ ਕਿ ਉਸ ਵੇਲੇ ਦੀ ਅਵਿਗਿਆਨਕ ਸਮਝ ਸੀ। ਉਸੇ ਸਮਝ ਦੇ ਆਧਾਰ ਤੇ ਬਿਮਾਰੀਆਂ ਦਾ ਇਲਾਜ ਵੀ ਸੀ। ਉਹਨਾਂ ਨੂੰ ਖੁਸ਼ ਕਰਨਾ, ਕਿਉਂਕਿ ਬਿਮਾਰੀ ਦਾ ਵੀ ਕਾਰਨ ਦੇਵਤਿਆਂ ਦੀ ਨਾਰਾਜ਼ਗੀ ਸਮਝਿਆ ਜਾਂਦਾ ਸੀ। ਇਹ ਪ੍ਰਾਕਿਰਤਿਕ ਨਿਯਮ ਹੀ ਹੈ ਕਿ ਜੋ ਸਾਨੂੰ ਸਮੱਸਿਆ ਦਾ ਕਾਰਨ ਨਜ਼ਰ ਆਏਗਾ, ਅਸੀਂ ਸਮੱਸਿਆ ਦੇ ਹੱਲ ਲਈ ਉਸ ਵੱਲ ਕੇਂਦਰਿਤ ਹੋਵਾਂਗੇ। ਸਪਸ਼ਟ ਹੀ ਹੈ ਕਿ ਜਦੋਂ ਮਨੁੱਖ ਨੂੰ ਬਿਮਾਰੀਆਂ ਦਾ ਕਾਰਨ ਦੇਵੀ ਦੇਵਤਿਆਂ ਦੀ ਨਾਰਾਜ਼ਗੀ ਲੱਗਿਆ, ਤਾਂ ਇਲਾਜ ਉਹਨਾਂ ਨੂੰ ਮਨਾਉਣਾ। ਇਸੇ ਤਰ੍ਹਾਂ ਜੇ ਕਾਰਨ ਇਹ ਜਾਪਿਆ ਕਿ ਜੀਵਾਣੂ, ਵਿਸ਼ਾਣੂ ਹੀ ਸਿਹਤ ਵਿਗਾੜ ਰਹੇ ਨੇ, ਤੇ ਇਲਾਜ ਲੱਭਿਆ ਐਂਟੀਬਾਇਓਟਿਕ, ਜੀਵਾਣੂ ਮਾਰਨ ਦੀ ਦਵਾਈ। ਸਮਾਜਿਕ ਵਿਕਾਸ ਤੇ ਵਿਗਿਆਨਕ ਪ੍ਰਗਤੀ ਕਰਕੇ ਹਰ ਦਿਸ਼ਾ ਵਿੱਚ ਤਬਦੀਲੀ ਆਈ। ਇਸ ਨਾਲ ਸਿਹਤ ਤੇ ਬਿਮਾਰੀ ਪੱਖ ਵੀ ਪ੍ਰਭਾਵਿਤ ਹੋਇਆ। ਆਪਾਂ ਇਹਨੂੰ ਇਸ ਤਰ੍ਹਾਂ ਵੀ ਵੇਖ ਸਕਦੇ ਹਾਂ। ਪਹਿਲਾ, ਜਾਦੂ, ਤੀਰ ਤੁੱਕਾ ਤੇ ਧਾਰਮਿਕ ਪੱਧਤੀ ਮਤਲਬ ਅੰਧ ਵਿਸ਼ਵਾਸ। ਦੂਸਰਾ, ਕੀਟਾਣੂ ਤੇ ਜੀਵਾਣੂ ਆਧਾਰ। ਤੀਸਰਾ, ਲੋਕ ਸਿਹਤ। ਚੌਥਾ, ਪਰਹੇਜ਼ ਰਾਹੀਂ ਸਿਹਤ। ਪੰਜਵਾਂ, ਸਮਾਜੀ ਸਿਹਤ। ਤੇ ਛੇਵਾਂ, ਸਭ ਲਈ ਸਿਹਤ। ਪਹਿਲਾ, ਅੰਧ ਵਿਸ਼ਵਾਸ ਵਾਲੀ ਪੱਧਤੀ। ਸ਼ੁਰੂ 'ਚ ਮਨੁੱਖ ਨੇ ਆਪਣੀ ਸਮਝ ਅਨੁਸਾਰ ਬਿਮਾਰੀ ਤੱਕ ਕੀ ਹਰ ਖੇਤਰ ਦਾ ਇਲਾਜ ਜਾਦੂ ਟੂਣੇ ਰਾਹੀਂ ਜਾਂ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਵੇਖਿਆ। ਚਾਂਸ ਦੇ ਆਧਾਰ ਤੇ ਉਹ ਖਤਰਾ ਟਲ ਜਾਣਾ ਤੇ ਉਸ ਤੀਰ ਤੁੱਕੇ ਨੇ ਉਹਦੇ ਆਧਾਰ ਨੂੰ ਪੱਕਾ ਕਰ ਦੇਣਾ। ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਜਿੱਥੇ ਕਿਤੇ ਅਨਪੜ੍ਹਤਾ ਹੈ, ਅਗਿਆਨਤਾ ਹੈ, ਇਸ ਪੱਧਤੀ ਦੀ ਵਰਤੋਂ ਪ੍ਰਚਲਿਤ ਹੈ। ਇਸ ਤੋਂ ਬਾਅਦ ਕੁਝ ਸਮਾਜਿਕ ਚੇਤਨਾ ਆਉਣ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਰਹਿੰਦੇ ਲੋਕਾਂ ਦੀ ਸਮਝ ਨਾਲ ਵੱਖ-ਵੱਖ ਤਰ੍ਹਾਂ ਦੀਆਂ ਇਲਾਜ ਪੱਧਤੀਆਂ ਉੱਭਰ ਕੇ ਸਾਹਮਣੇ ਆਈਆਂ। ਜਿਸ ਤਰ੍ਹਾਂ ਭਾਰਤ ਵਿੱਚ ਆਯੁਰਵੇਦ, ਇਸੇ ਤਰ੍ਹਾਂ ਚੀਨ, ਗ੍ਰੀਕ, ਰੋਮ, ਮਿਸਰ, ਯੂਨਾਨ ਆਦਿ ਦੇਸ਼ਾਂ ਵਿੱਚ ਵੱਖਰੇ ਆਧਾਰ ਸਾਹਮਣੇ ਆਏ, ਜੋ ਕਿ ਜ਼ਿਆਦਾਤਰ ਨਿੱਜੀ ਤਜਰਬਿਆਂ ਦੇ ਆਧਾਰਿਤ ਸਨ, ਜਿਸ ਵਿੱਚ ਇਹ ਸਮਝ ਨਹੀਂ ਸੀ ਕਿ ਫਲਾਂ ਬਿਮਾਰੀ ਕਿਉਂ ਹੁੰਦੀ ਹੈ, ਫਲਾਂ ਦਵਾਈ ਉਹਨੂੰ ਠੀਕ ਕਿਸ ਤਰ੍ਹਾਂ ਕਰ ਦਿੰਦੀ ਹੈ। ਕਹਿਣ ਦਾ ਮਤਲਬ ਕਿ ਵਿਗਿਆਨਕ ਆਧਾਰ ਨਹੀਂ ਸੀ, ਸਿਰਫ ਦਾਰਸ਼ਨਿਕ ਆਧਾਰ ਸੀ। ਪਰ ਇਸ ਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਹੀ ਗਲਤ ਸੀ। ਦੂਸਰਾ, ਜੀਵਾਣੂ ਤੇ ਕੀਟਾਣੂ ਆਧਾਰ। ਸਭ ਤੋਂ ਪਹਿਲਾਂ ਵਿਗਿਆਨਕ ਤੌਰ ਤੇ ਸਿਹਤ ਤੇ ਬਿਮਾਰੀ ਨੂੰ ਸਮਝਣ ਦਾ ਆਧਾਰ ਜੋ ਸਾਡੇ ਸਾਹਮਣੇ ਆਇਆ, ਉਹ ਸੀ ਖੁਰਦਬੀਨ ਦੀ ਖੋਜ, ਮਗਰੋਂ ਜੀਵਾਣੂ ਤੇ ਕੀਟਾਣੂ ਆਧਾਰ, ਜਿਸ ਨਾਲ ਬਿਮਾਰੀ ਦੀ ਸਮਝ ਤੇ ਉਹਦੇ ਇਲਾਜ ਦੇ ਵਿਕਾਸ ਵਿੱਚ ਇੱਕ ਤਰ੍ਹਾਂ ਨਾਲ ਇਨਕਲਾਬ ਆ ਗਿਆ। ਮਲੇਰੀਆ, ਟਾਈਫਾਇਡ, ਹੈਜ਼ਾ, ਪਲੇਗ, TB ਆਦਿ ਦੇ ਕੀਟਾਣੂ ਲੱਭਣ ਤੇ ਉਹਨਾਂ ਲਈ ਦਵਾਈਆਂ ਦੀ ਭਾਲ ਤੇ ਫਿਰ ਹੌਲੀ-ਹੌਲੀ ਇਹਨਾਂ ਦਾ ਜੜੋਂ ਪੁੱਟੇ ਜਾਣ ਦਾ ਰੁਝਾਨ ਇੱਕ ਵਿਗਿਆਨਕ ਚਮਤਕਾਰ ਸੀ ਤੇ ਅੱਜ ਵੀ ਹੈ। ਤੀਸਰਾ, ਲੋਕ ਸਿਹਤ ਪੱਧਤੀ। ਹੈਜ਼ਾ, ਟਾਈਫਾਇਡ ਜਾਂ ਮਲੇਰੀਆ ਆਦਿ ਦੇ ਕਾਰਨਾਂ ਦੀ ਸਮਝ ਤੋਂ ਇੱਕ ਗੱਲ ਹੋਰ ਸਾਹਮਣੇ ਆਈ ਕਿ ਇਹ ਬਿਮਾਰੀਆਂ ਪਾਣੀ ਪੀਣ ਰਾਹੀਂ, ਕੂੜੇ ਰਾਹੀਂ, ਗੰਦਗੀ ਰਾਹੀਂ ਹੁੰਦੀਆਂ। ਇਹਦਾ ਉਪਰਾਲਾ ਜੇਕਰ ਮਿਲ ਜੁਲ ਕੇ ਕੀਤਾ ਜਾਏ ਤਾਂ ਨਤੀਜਾ ਜ਼ਿਆਦਾ ਵਧੀਆ ਹੋ ਸਕਦਾ ਹੈ। ਤਾਂ ਫਿਰ ਕੂੜਾ ਇਕੱਠਾ ਕਰਨ ਦੇ ਢੰਗ, ਗੰਦੇ ਪਾਣੀ ਦੀ ਨਿਕਾਸੀ, ਸਾਫ਼ ਪਾਣੀ ਲਈ ਵਾਟਰ ਵਰਕਸ,
ਵਗੈਰਾ ਦਾ ਇੰਤਜ਼ਾਮ ਸੋਚਿਆ ਗਿਆ। ਉਹ ਸਭ ਉਪਰਾਲੇ ਜੋ ਕਿ ਸਭ ਮਿਲ ਕੇ ਕਰਨ ਤੇ ਜਿਹਦਾ ਫਾਇਦਾ ਵੀ ਸਭ ਨੂੰ ਹੋ ਸਕੇ। ਚੌਥਾ ਹੈ ਪਰਹੇਜ਼ ਰਾਹੀਂ ਸਿਹਤ। ਇਹ ਵੀ ਬਿਮਾਰੀਆਂ ਦੀ ਵਿਗਿਆਨਕ ਸਮਝ ਤੋਂ ਹੀ ਪੈਦਾ ਹੋਇਆ ਇੱਕ ਢੰਗ ਸੀ ਜੋ ਕਿ ਹਰ ਮਨੁੱਖ ਲਈ ਵਿਅਕਤੀਗਤ ਸੀ। ਜਿਸ ਤਰ੍ਹਾਂ ਸਾਫ਼ ਪਾਣੀ ਲਈ ਵਾਟਰਵਰਕਸ ਇੱਕ ਸਮੂਹਕ ਤਰੀਕਾ ਹੈ, ਪਰ ਪਾਣੀ ਨੂੰ ਘਰ ਵਿੱਚ ਕਿਸ ਤਰ੍ਹਾਂ ਸਾਫ਼ ਤੇ ਸ਼ੁੱਧ ਰੱਖਿਆ ਜਾਵੇ, ਉਸੇ ਤਰ੍ਹਾਂ ਹੋਰ ਚੰਗੀਆਂ ਆਦਤਾਂ ਜਿਵੇਂ ਕਿ ਰੋਟੀ ਖਾਣ ਤੋਂ ਪਹਿਲਾਂ ਹੱਥ ਧੋਣੇ, ਨਹਾਉਣਾ ਧੋਣਾ, ਖਾਣ ਦੀਆਂ ਆਦਤਾਂ ਜਿਵੇਂ ਸਿਗਰਟ, ਸ਼ਰਾਬ ਦੀ ਵਰਤੋਂ ਆਦਿ, ਉਹ ਸਭ ਪਰਹੇਜ਼ ਦੇ ਤੌਰ ਤਰੀਕੇ ਜੋ ਕਿ ਸਿਹਤ ਤੇ ਬਿਮਾਰੀ ਨਾਲ ਜੁੜੇ ਹਨ। ਪੰਜਵਾਂ ਹੈ ਸਮਾਜੀ ਸਿਹਤ। ਸਮਾਜੀ ਸਿਹਤ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਕਿ ਬਿਮਾਰੀ ਦੇ ਜੀਵਾਣੂ ਤੇ ਕੀਟਾਣੂ ਆਧਾਰ ਨੇ ਸਿਹਤ ਸੰਸਥਾ ਤੇ ਪੂਰੀ ਤਰ੍ਹਾਂ ਆਪਣਾ ਗਲਬਾ ਪਾ ਲਿਆ। ਜਦੋਂ ਕਿਸੇ ਵੀ ਬਿਮਾਰੀ ਦੀ ਭਾਲ ਸਿਰਫ ਖੁਰਦਬੀਨ 'ਚ ਹੀ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਮਨੁੱਖ ਦੇ ਆਲੇ ਦੁਆਲੇ ਨੂੰ ਤਕਰੀਬਨ ਭੁਲਾ ਹੀ ਦਿੱਤਾ ਗਿਆ, ਕਿਉਂਕਿ ਕੀਟਾਣੂ ਤੇ ਜੀਵਾਣੂ ਇੱਕ ਸੱਚ ਹੈ ਪਰ ਪੂਰਾ ਸੱਚ ਨਹੀਂ। ਮਨੁੱਖ ਦੀ ਬਿਮਾਰੀ 'ਚ ਉਹਦਾ ਆਲਾ ਦੁਆਲਾ ਵੀ ਪੂਰਾ ਹਿੱਸਾ ਪਾਉਂਦਾ ਹੈ। ਇੱਕ ਖਾਸ ਤੌਰ ਤੇ ਉਦੋਂ ਸਾਹਮਣੇ ਆਇਆ ਜਦੋਂ ਜੀਵਾਣੂ ਤੇ ਕੀਟਾਣੂ ਬਿਮਾਰੀਆਂ ਦਾ ਯੁੱਗ ਮੁੱਕਣ ਲੱਗਿਆ ਤੇ ਲੰਮੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਸ਼ੂਗਰ, ਦਮਾ, ਮਾਨਸਿਕ ਰੋਗ ਆਦਿ ਸਾਹਮਣੇ ਆਈਆਂ ਤੇ ਨਾਲ ਹੀ ਕਈ ਲੰਮੀਆਂ ਬਿਮਾਰੀਆਂ ਜੋ ਕਿ ਕੀਟਾਣੂਆਂ ਕਰਕੇ ਸੀ, ਜਿਵੇਂ ਟੀਬੀ, ਸੈਕਸ ਨਾਲ ਸੰਬੰਧਿਤ ਬਿਮਾਰੀਆਂ ਆਦਿ, ਜੋ ਆਪਣੀ ਪੂਰੀ ਵਿਗਿਆਨਕ ਸਮਝ ਦੇ ਬਾਵਜੂਦ ਵੀ ਕਾਬੂ ਨਾ ਹੋ ਸਕੀਆਂ। ਛੇਵਾਂ ਹੈ ਸਭ ਲਈ ਸਿਹਤ। ਵਕਤ ਨਾਲ ਸਿਹਤ ਦੀ ਮਹੱਤਤਾ ਨੂੰ ਜੋ ਪਛਾਣ ਮਿਲੀ ਹੈ, ਉਹਦਾ ਹੀ ਨਤੀਜਾ ਹੈ ਕਿ ਸਭ ਲਈ ਸਿਹਤ ਦਾ ਸੰਕਲਪ ਸਾਡੇ ਸਾਹਮਣੇ ਆਇਆ ਹੈ। ਇਹ ਗੱਲ ਸਭ ਦੀ ਸਮਝ 'ਚ ਆ ਗਈ ਹੈ ਕਿ ਸਿਹਤ ਦਾ ਮਨੁੱਖੀ ਤੇ ਸਮਾਜੀ ਵਿਕਾਸ ਨਾਲ ਸਿੱਧਾ ਰਿਸ਼ਤਾ ਹੈ। ਇੱਕ ਸਿਹਤਮੰਦ ਮਨੁੱਖੀ ਪੂਰੀ ਸ਼ਿੱਦਤ ਨਾਲ ਸਮਾਜ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਸਭ ਲਈ ਸਿਹਤ ਦਾ ਅਰਥ ਹੈ ਜਦੋਂ ਹਰ ਮਨੁੱਖ ਸਮਾਜਿਕ ਤੇ ਆਰਥਿਕ ਤੌਰ ਤੇ ਮਹੱਤਵਪੂਰਨ ਜੀਵਨ ਗੁਜ਼ਾਰੇਗਾ। ਹੁਣ ਜੇਕਰ ਧਿਆਨ ਨਾਲ ਦੇਖੀਏ ਤਾਂ ਇਹ ਸਿਹਤ ਪੂਰੀ ਸਮਝ ਦੀ ਵਿਕਾਸ ਲੜੀ ਹੈ। ਸਿਹਤ ਦੀ ਪੂਰੀ ਸਮਝ ਸਿਹਤ ਦੇ ਸੰਪੂਰਨ ਫੈਲਾਅ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਹ ਦੇਖਿਆ ਜਾਏ ਕਿ ਬਿਮਾਰੀ ਚੱਕਰ ਕਿਸ ਤਰ੍ਹਾਂ ਚੱਲਦਾ ਹੈ। ਕੋਈ ਵੀ ਮਨੁੱਖ ਬਿਮਾਰੀ ਦੀ ਜਕੜ 'ਚ ਕਿਸ ਤਰ੍ਹਾਂ ਆਉਂਦਾ ਹੈ। ਬਿਮਾਰੀ ਦੀ ਸ਼ੁਰੂਆਤ ਹੋਣ ਲਈ ਹੇਠ ਦਿੱਤੀਆਂ 3 ਚੀਜ਼ਾਂ ਦੀ ਇੱਕੋ ਸਮੇਂ ਮੌਜੂਦਗੀ ਅਤ ਜ਼ਰੂਰੀ ਹੈ। ਇਹਨਾਂ 'ਚੋਂ ਕਿਸੇ ਇੱਕ ਦੀ ਅਣਹੋਂਦ ਵੀ ਬਿਮਾਰੀ ਨੂੰ ਨੇੜੇ ਨਹੀਂ ਢੁੱਕਣ ਦੇਵੇਗੀ। ਪਹਿਲਾ ਹੈ ਬਿਮਾਰੀ ਦਾ ਏਜੰਟ, ਕੀਟਾਣੂ, ਜੀਵਾਣੂ, ਰਸਾਇਣਿਕ ਤੱਤ, ਖੁਰਾਕ ਤੱਤ, ਤਣਾਅ ਆਦਿ। ਦੂਸਰਾ, ਬਿਮਾਰੀ ਲਈ ਲੋੜੀਂਦਾ ਮਨੁੱਖ, ਮਰਦ, ਔਰਤ, ਬੱਚਾ, ਬੁੱਢਾ, ਕਮਜ਼ੋਰ, ਵਿਹਲਾ, ਉਹਦਾ ਸ਼ਖਸੀਅਤ ਆਦਿ। ਤੀਸਰਾ, ਬਿਮਾਰੀ ਲਈ ਖਾਸ ਮਾਹੌਲ, ਗੰਦਗੀ ਭਰਿਆ, ਹਨੇਰੀ ਥਾਂ ਤੇ ਅਣਸੁਖਾਵੀਆਂ ਫੈਕਟਰੀਆਂ, ਹਵਾ ਪਾਣੀ ਦਾ ਪ੍ਰਦੂਸ਼ਣ, ਤਣਾਅ ਪੂਰਨ ਮਾਹੌਲ ਆਦਿ। ਆਪਾਂ ਉਦਾਹਰਨ ਨਾਲ ਸਮਝ ਸਕਦੇ ਹਾਂ। ਮੰਨ ਲਓ ਬਿਮਾਰੀ ਦਾ ਏਜੰਟ ਹੈ ਮਲੇਰੀਏ ਦੇ ਕੀਟਾਣੂ ਜੋ ਕਿ ਮੱਛਰ ਵਿੱਚ ਹਨ ਤੇ ਮੱਛਰ ਆਦਮੀ ਦੇ ਦੁਆਲੇ ਘੁੰਮ ਰਿਹਾ ਹੈ। ਹੁਣ ਜੇਕਰ ਅਸੀਂ ਆਲੇ ਦੁਆਲੇ ਦਾ ਮਾਹੌਲ ਬਦਲ ਲਈਏ, ਭਾਵ ਮੱਛਰਦਾਨੀ, ਕੋਈ ਕਰੀਮ ਆਦਿ ਵਰਤ ਲਈਏ, ਤਾਂ ਬਿਮਾਰੀ ਦਾ ਏਜੰਟ ਮਨੁੱਖ ਤੱਕ ਨਹੀਂ ਜਾਏਗਾ ਤੇ ਬਿਮਾਰੀ ਨਹੀਂ ਹੋਏਗੀ। ਦੂਜੀ ਸਥਿਤੀ ਵਿੱਚ ਜੇਕਰ ਸਾਹ ਰਾਹੀਂ ਅਸੀਂ ਕਿਸੇ ਬਿਮਾਰੀ ਦੇ ਜੀਵਾਣੂ ਲੈ ਜਾ ਰਹੀ ਹੋਈਏ, ਜੋ ਕਿ ਅਕਸਰ ਹੁੰਦਾ ਹੈ, ਤੇ ਸਾਡਾ ਸਰੀਰ ਉਹਨਾਂ ਕੀਟਾਣੂਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੋਵੇ, ਤਾਂ ਵੀ ਬਿਮਾਰੀ ਨਹੀਂ ਹੋਏਗੀ। ਭਾਵ ਬਿਮਾਰੀ ਦਾ ਏਜੰਟ ਹੈ, ਲੋੜੀਂਦਾ ਮਾਹੌਲ ਵੀ ਹੈ, ਪਰ ਲੋੜੀਂਦਾ ਮਨੁੱਖ ਨਹੀਂ ਹੈ ਜੋ ਬਿਮਾਰੀ ਦਾ ਝਟਕਾ ਸਹਿ ਸਕੇ। ਤੀਸਰੀ ਸਥਿਤੀ ਹੈ ਮਾਹੌਲ ਵੀ ਹੈ, ਮਨੁੱਖ ਵੀ ਹੈ, ਪਰ ਲੋੜੀਂਦਾ ਬਿਮਾਰੀ ਦਾ ਏਜੰਟ ਨਹੀਂ ਹੈ। ਮੱਛਰ ਜੇ ਵੈਸੇ ਕੱਟ ਜਾਏ ਤਾਂ ਮਲੇਰੀਆ ਨਹੀਂ ਹੁੰਦਾ। ਮੱਛਰ 'ਚ ਮਲੇਰੀਆ ਬਿਮਾਰੀ ਦਾ ਏਜੰਟ ਹੀ ਨਹੀਂ ਤਾਂ ਬਿਮਾਰੀ ਕਿਵੇਂ ਹੋਏਗੀ? ਇਹ ਤੱਥ ਸਾਨੂੰ ਬਿਮਾਰੀ ਦੀ ਸ਼ੁਰੂਆਤ ਸਮਝਣ 'ਚ ਸਹਾਈ ਹੁੰਦੇ ਹਨ। ਉੱਥੇ ਇਹ ਦਿਸ਼ਾ ਨਿਰਦੇਸ਼ ਵੀ ਦਿੰਦੇ ਹਨ ਕਿ ਬਿਮਾਰੀ ਨੂੰ ਸ਼ੁਰੂ ਹੀ ਨਾ ਹੋਣ ਦੇਣ ਲਈ ਕੀ ਕੀਤਾ ਜਾ ਸਕਦਾ ਹੈ। ਮਤਲਬ ਕਿ 3 ਚੀਜ਼ਾਂ ਵਿੱਚੋਂ ਕਿਸੇ ਇੱਕ ਨੂੰ ਵੀ ਆਪਣੇ ਹੱਕ ਵਿੱਚ ਕਰਕੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਸੀਂ ਸਮਝਿਆ ਕਿ ਬਿਮਾਰੀ ਨੂੰ ਸਹੀ ਰੂਪ 'ਚ ਫੜਨ ਲਈ ਸਾਨੂੰ ਬਹੁ ਕਾਰਨੀ ਸਿਧਾਂਤਾਂ ਦਾ ਸਹਾਰਾ ਲੈਣਾ ਪਏਗਾ। ਬਹੁ ਕਾਰਨੀ ਸਿਧਾਂਤਾਂ ਵੱਲ ਨਜ਼ਰ ਮਾਰੀਏ ਤਾਂ ਸਾਡੇ ਸਾਹਮਣੇ ਇਹ ਸਵਾਲ ਹੁੰਦੇ ਹਨ। ਬਿਮਾਰੀ ਕਦੋਂ ਹੁੰਦੀ ਹੈ? ਵਕਤ। ਬਿਮਾਰੀ ਕਿੱਥੇ ਹੁੰਦੀ ਹੈ? ਥਾਂ। ਕਿਸ ਨੂੰ ਹੁੰਦੀ ਹੈ? ਮਨੁੱਖੀ ਹਾਲਤ। ਕਿਉਂ ਹੁੰਦੀ ਹੈ? ਕਾਰਨ। ਕੀ ਕੀਤਾ ਜਾਏ? ਉਪਰਾਲਾ ਜਾਂ ਇਲਾਜ। ਇਹਨਾਂ ਦੇ ਜਵਾਬ ਆਮ ਤੌਰ ਤੇ ਇਸ ਤਰ੍ਹਾਂ ਵੀ ਮਿਲਦੇ ਹਨ। ਸ਼ਰਾਬ ਦੀ ਵਰਤੋਂ ਪੰਜਾਬ 'ਚ ਜ਼ਿਆਦਾ ਹੁੰਦੀ ਹੈ। ਪੰਜਾਬ ਵਿੱਚੋਂ ਵੀ ਬਠਿੰਡੇ ਜ਼ਿਲ੍ਹੇ 'ਚ ਜ਼ਿਆਦਾ ਹੁੰਦੀ ਹੈ। ਕੇਰਲ ਵਿੱਚ ਖੁਦਕੁਸ਼ੀ ਦੇ ਕੇਸ ਜ਼ਿਆਦਾ ਹੁੰਦੇ ਹਨ। ਟੀਵੀ ਨਾਲ ਹਿੰਦੁਸਤਾਨ 'ਚ ਹਰ ਸਾਲ 7 ਲੱਖ ਲੋਕ ਮਰਦੇ ਹਨ। ਇਹ ਅਨਪੜ੍ਹ ਲੋਕਾਂ
ਹਨੇਰੇ ਘਰਾਂ 'ਚ ਇਕੱਠੇ ਰਹਿਣ ਵਾਲੇ ਗਰੀਬ ਲੋਕਾਂ 'ਚ ਜ਼ਿਆਦਾ ਹੁੰਦੀ ਹੈ। ਸੈਕਸ ਦੀਆਂ ਬਿਮਾਰੀਆਂ ਸ਼ਹਿਰੀ ਲੋਕਾਂ 'ਚ ਜ਼ਿਆਦਾ ਹਨ। ਦਮੇ ਦਾ ਰੋਗ ਮੌਸਮ ਬਦਲਣ ਤੇ ਜ਼ਿਆਦਾਤਰ ਵੇਖਿਆ ਜਾਂਦਾ ਹੈ। ਲੋਕੀ ਅਨਪੜ੍ਹ, ਬੇਵਕੂਫ ਤੇ ਗਵਾਰ ਨੇ, ਨੰਗੇ ਪੈਰੀ ਤੁਰੇ ਫਿਰਦੇ ਨੇ, ਹਨੇਰੇ ਮਕਾਨਾਂ 'ਚ ਰਹਿੰਦੇ ਨੇ, ਇੱਕ ਕਮਰੇ 'ਚ 10-10 ਆਦਮੀ ਰਹੀ ਜਾਂਦੇ ਆ। ਇਹਨਾਂ ਦਾ ਕੁਝ ਨਹੀਂ ਹੋ ਸਕਦਾ, ਇਹਨਾਂ ਨੂੰ ਅਕਲ ਨਹੀਂ ਆ ਸਕਦੀ। ਉਪਰੋਕਤ ਜਵਾਬਾਂ ਤੇ ਨਜ਼ਰ ਮਾਰੀਏ ਤਾਂ ਕਿੰਨਾ ਅਜੀਬ ਜਿਹਾ ਨਤੀਜਾ ਸਾਡੇ ਸਾਹਮਣੇ ਆਉਂਦਾ ਹੈ। ਜਿਵੇਂ ਕਿਸੇ ਵੀ ਬਿਮਾਰੀ ਲਈ ਆਦਮੀ ਆਪ ਜ਼ਿੰਮੇਵਾਰ ਹੈ। ਬਿਮਾਰੀ ਤੋਂ ਛੁਟਕਾਰਾ ਨਾ ਪਾਉਣਾ ਵੀ ਉਹਦਾ ਕਸੂਰ ਹੈ। ਜੇਕਰ ਤੁਸੀਂ ਖੁਦਕੁਸ਼ੀ ਤੋਂ ਬਚਣਾ ਚਾਹੁੰਦੇ ਹੋ, ਕੇਰਲ ਛੱਡ ਦਿਓ। ਜੇ ਸ਼ਰਾਬ ਛੱਡਣੀ ਹੈ ਤਾਂ ਪੰਜਾਬ ਤੋਂ ਭੱਜ ਲਓ। ਇਹੋ ਹੀ ਹੱਲ ਹੋਰ ਨਾ। ਇਹ ਆਕੜਬਾਜ਼ੀ ਇੱਕ ਅਜੀਬ ਜਿਹੀ ਖੇਡ ਹੈ ਜੋ ਕਿ ਸਮਾਜ ਦੀ ਹਰ ਜਮਾਤ ਲਈ ਆਪਣੇ ਢੰਗ ਤਰੀਕੇ ਨਾਲ ਫਾਇਦੇਮੰਦ ਹੁੰਦੀ ਹੈ। ਲੋਕ ਪੱਖੀ ਜਮਾਤ ਇਹਨੂੰ ਆਪਣੇ ਤਰੀਕੇ ਨਾਲ ਲੋਕਾਂ ਅੱਗੇ ਪੇਸ਼ ਕਰਦੀ ਹੈ ਤੇ ਹਾਕਮ ਜਮਾਤ ਆਪਣੇ ਢੰਗ ਨਾਲ। ਸਮਾਜ ਦੀ ਆਰਥਿਕ ਸਥਿਤੀ ਨੂੰ ਦਰਸਾਉਣ ਲਈ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਦੇ ਅੰਕੜੇ ਪੇਸ਼ ਹੁੰਦੇ ਹਨ। ਅਸੀਂ ਕਹਿੰਦੇ ਹਾਂ ਪੰਜਾਬ ਦੇ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਹੈ ਕਿਉਂਕਿ ਇੱਥੇ ਹੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਸਭ ਤੋਂ ਵੱਧ ਹੈ। ਨਾਲ ਹੀ ਜੇ ਤਰੱਕੀ ਦੀ ਗੱਲ ਕਰਨੀ ਹੋਵੇ ਤਾਂ ਕਹਾਂਗੇ ਕਿ ਫਿਲਮ ਪ੍ਰੋਗਰਾਮ ਸ਼ੁਰੂ ਕੀਤਾ, ਜਿਵੇਂ ਨਵੀਂ ਆਰਥਿਕ ਨੀਤੀ, ਖੁੱਲ੍ਹਾ ਵਪਾਰ ਤੇ ਦੇਸ਼ ਦੇ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਵੱਧ ਗਈ। ਪ੍ਰੋਗਰਾਮ ਦੇ ਸਿੱਟੇ ਸਪਸ਼ਟ ਹਨ ਤੇ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ। ਦੂਸਰੇ ਪਾਸੇ ਇਹ ਅੰਕੜੇ ਹਨ। ਗਰੀਬੀ ਰੇਖਾ ਤੋਂ ਥੱਲੇ ਜੀ ਰਹੇ ਲੋਕ ਦੀ ਗਿਣਤੀ 35% ਤੋਂ ਵੱਧ ਕੇ 40% ਹੋ ਗਈ ਹੈ। ਜੇ ਪ੍ਰਤੀ ਵਿਅਕਤੀ ਆਮਦਨ ਦੇ ਅੰਕੜੇ ਖੁਸ਼ਹਾਲੀ ਦਰਸਾਉਂਦੇ ਹੈ ਤੇ ਗਰੀਬੀ ਰੇਖਾ ਤੋਂ ਥੱਲੇ ਪਹੁੰਚ ਗਏ ਵਿਅਕਤੀਆਂ ਦੀ ਗਿਣਤੀ ਉਸ ਸਮਾਜ ਦੀ ਕਾਣੀ ਵੰਡ ਦੀ ਤਸਵੀਰ ਪੇਸ਼ ਕਰਦੀ ਹੈ। ਜਦੋਂ ਤੱਕ ਦੋਵੇਂ ਅੰਕੜੇ ਪੇਸ਼ ਨਹੀਂ ਕਰਾਂਗੇ ਤਦ ਤੱਕ ਹਰ ਵਰਗ ਇਹਨੂੰ ਆਪਣੇ ਹੱਕ ਲਈ ਵਰਤਦਾ ਰਹੇਗਾ। ਹਰ ਇੱਕ ਬਿਮਾਰੀ ਨਾਲ ਇਸੇ ਤਰ੍ਹਾਂ ਹੀ ਹੋਇਆ। ਵਿਗਿਆਨ ਨੇ ਹਰ ਬਿਮਾਰੀ ਉੱਪਰ ਖੋਜ ਕੀਤੀ, ਸੇਧ ਦਿੱਤੀ। ਹਾਕਮ ਜਮਾਤਾਂ ਨੇ ਉਹਨੂੰ ਗਲਤ ਰੂਪ 'ਚ ਇਸਤੇਮਾਲ ਕੀਤਾ। ਮਾਨਸਿਕ ਰੋਗਾਂ ਬਾਰੇ ਤਾਂ ਸਭ ਤੋਂ ਵੱਧ ਹੋਇਆ ਹੈ। ਧੰਨਵਾਦ।